सब्सक्राइब करें अक्सर ठाकरानी यूट्यूब चैनल को और इस बेल आइकन को क्लिक कीजिए अपनी पढ़ाई जारी रखने के लिए। धन्यवाद। गुड मॉर्निंग प्यारे बच्चों, अज मैं तुहाडे वास्ते चैप्टर नंबर 10 की तुसी पढ़े लिखे हो लैके हाजिर हाँ। प्यारे बच्चों, ਇਹਦੇ ਵਿੱਚ ਜਿਵੇਂ ਕਲਾਸ ਵਿੱਚ ਬੱਚਿਆਂ ਨੂੰ ਉਹਨਾਂ ਦੇ ਪ੍ਰਿੰਸੀਪਲ ਮੈਡਮ ਹੈ ਜਿਹੜੇ ਉਹ ਪੁੱਛ ਰਹੇ ਹੈ ਵੀ ਬੱਚਿਓ ਪੜ੍ਹਾਈ ਲਿਖਾਈ ਦਾ ਕਿਵੇਂ ਪਤਾ ਲੱਗਦਾ ਹੈ। ਵੀ ਮੈਂ ਤੁਹਾਨੂੰ ਵੀ ਪੁੱਛ ਰਹੀ ਹਾਂ ਵੀ ਕਿਵੇਂ ਪਤਾ ਲੱਗਦਾ ਹੈ ਵੀ ਫਲਾਣਾ ਇਹ ਜਿਹੜਾ ਤੁਹਾਡੇ ਸਾਹਮਣੇ ਕੋਈ ਵੀ ਬੰਦਾ ਖੜਾ ਹੈ ਕਿੰਨਾ ਪੜ੍ਹਿਆ ਲਿਖਿਆ ਪੜ੍ਹਿਆ ਹੈ ਕਿ ਨਹੀਂ ਅਨਪੜ੍ਹ ਹੈ ਕਿ ਕੀ ਹੈ ਨਾ। ਤੇ ਇਸ ਵਾਰੀ ਇਹ ਚੈਪਟਰ ਹੈ ਤੇ ਉਹਦੇ ਵਿੱਚ ਛੋਟੇ ਛੋਟੇ ਬੱਚੇ ਹੈ ਜਿਹੜੇ ਜੋ ਕਿ ਤੁਹਾਡੇ ਜਿੰਨੇ ਹਨ ਉਹ ਫਿਰ ਜਵਾਬ ਦੇ ਰਹੇ ਹੈ ਮੈਡਮ ਨੂੰ ਵੀ ਆਪਾਂ ਕਿਸ ਤਰ੍ਹਾਂ ਪਤਾ ਲੱਗਦਾ ਹੈ ਵੀ ਕਿੰਨਾ ਪੜ੍ਹਿਆ ਲਿਖਿਆ ਹੈ। ਠੀਕ ਹੈ, ਇੱਕ ਜਿਹੜਾ ਚੰਗਾ ਪੜ੍ਹਿਆ ਲਿਖਿਆ ਬੱਚਾ ਹੈ ਉਹ ਕਿਵੇਂ ਕਰਦਾ ਆਪਣੇ ਮਾਹੌਲ ਦਾ ਕਿਵੇਂ ਧਿਆਨ ਰੱਖਦਾ ਹੈ, ਕੀ ਗੁਣ ਹੁੰਦੇ ਨੇ ਉਸ ਬੱਚੇ ਵਿੱਚ। ਠੀਕ ਹੈ, ਉਸ ਬਾਰੇ ਚੈਪਟਰ ਹੈ ਤੇ ਹੁਣ ਆਪਾਂ ਚੈਪਟਰ ਰੀਡ ਕਰ ਰਹੇ ਹਾਂ। ਮੇਰੇ ਨਾਲ ਆਓ ਬੱਚਿਓ, ਆਪਾਂ ਚੈਪਟਰ ਰੀਡ ਕਰ ਰਹੇ ਹਾਂ। ਦੇਖੋ, ਪੰਜਾਬੀ ਦਾ ਪੀਰੀਅਡ ਸੀ। ਪੰਜਾਬੀ ਵਾਲੇ ਅਧਿਆਪਕ ਸਕੂਲ ਦੇ ਕਿਸੇ ਕੰਮ ਸ਼ਹਿਰ ਗਏ ਸਨ। ਸ਼ਹਿਰ ਜਿਹੜਾ ਵਰਡ ਹੈ ਬੱਚਿਓ ਦੇਖੋ ਧਿਆਨ ਨਾਲ, ਸੱਸਾ ਦੇ ਪੈਰ ਵਿੱਚ ਕੀ ਹੈ, ਬਿੰਦੀ ਆਈ ਹੈ। ਹਰਸ਼ਿੰਦਰ ਕੌਰ ਮੈਡਮ ਸਾਡੇ ਸਕੂਲ ਦੀ ਮੁੱਖ ਅਧਿਆਪਿਕਾ ਸਨ। ਮੁੱਖ ਅਧਿਆਪਿਕਾ ਮਤਲਬ ਮੁੱਖ ਅਧਿਆਪਿਕਾ ਪ੍ਰਿੰਸੀਪਲ ਹੋਣਾ, ਤੇ ਇਸ ਸਕੂਲ ਦੀ ਜਿਹੜੀ ਮੁੱਖ ਅਧਿਆਪਿਕਾ ਹੈ ਉਹਨਾਂ ਦਾ ਨਾਂ ਕੀ ਹੈ, ਹਰਸ਼ਿੰਦਰ ਕੌਰ। ਉਹ ਘੰਟੀ ਵੱਜਦੇ ਹੀ ਸਾਡੀ ਸ਼੍ਰੇਣੀ ਵਿੱਚ ਆ ਗਏ। ਵੀ ਜਦੋਂ ਘੰਟੀ ਵੱਜੀ, ਫਸਟ ਬੈਲ ਜਦੋਂ ਲੱਗੀ ਤੇ ਪੰਜਾਬੀ ਵਾਲੇ ਟੀਚਰ ਤੱਕ ਕਿਸੇ ਕੰਮ ਸ਼ਹਿਰ ਗਏ ਸੀਗੇ ਤੇ ਮੈਡਮ ਸੀਗੇ ਜਿਹੜੇ ਪ੍ਰਿੰਸੀਪਲ ਮੈਮ ਉਹ ਕਲਾਸ ਵਿੱਚ ਆ ਗਏ ਤੇ ਬੋਲੇ, ਕਹਿਣ ਲੱਗੇ ਕਿ ਤੁਹਾਡਾ ਇਹ ਪੀਰੀਅਡ ਮੈਂ ਲਵਾਂਗੀ। ਸਾਨੂੰ ਖੁਸ਼ੀ ਹੋਈ ਕਿ ਸਕੂਲ ਦੇ ਮੁਖੀ ਸਾਨੂੰ ਅੱਜ ਪੜ੍ਹਾਉਣਗੇ। ਬੱਚੇ ਬਹੁਤ ਖੁਸ਼ ਸੀਗੇ ਵੀ ਅੱਜ ਸਾਡੇ ਸਕੂਲ ਦੀ ਪ੍ਰਿੰਸੀਪਲ ਮੈਮ ਸਾਨੂੰ ਪੜ੍ਹਾਊਗੀ। ਉਹਨਾਂ ਨੇ ਸਾਨੂੰ ਇੱਕ ਪ੍ਰਸ਼ਨ ਕੀਤਾ। ਪ੍ਰਸ਼ਨ ਸੀ ਕਿ ਜਦੋਂ ਤੁਸੀਂ ਪੜ੍ਹ ਲਿਖ ਜਾਓਗੇ ਤਾਂ ਹੋਰ ਲੋਕਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਤੁਸੀਂ ਪੜ੍ਹੇ ਲਿਖੇ ਹੋ। ਮੈਡਮ ਨੇ ਬਹੁਤ ਸੋਹਣਾ ਕੁਐਸਚਨ ਪੁੱਛਿਆ ਵੀ ਤੁਸੀਂ ਜਦੋਂ ਪੜ੍ਹ ਲਿਖ ਜਾਓਗੇ ਤਾਂ ਫਿਰ ਲੋਕਾਂ ਨੂੰ ਕਿਵੇਂ ਪਤਾ ਲੱਗੇਗਾ ਵੀ ਤੁਸੀਂ ਪੜ੍ਹੇ ਲਿਖੇ ਹੋ। ਦੇਖੋ ਨੈਕਸਟ ਹੈ, ਅੱਗੇ ਹੈ, ਸਾਰੇ ਵਿਦਿਆਰਥੀ ਸੋਚੀ ਪੈ ਗਏ। ਸਾਰੇ ਬੱਚੇ ਸੋਚਣ ਲੱਗ ਪਏ। ਤਦੋਂ ਬੋਲੇ, ਘਬਰਾਓ ਨਾ, ਜੋ ਉੱਤਰ ਤੁਹਾਨੂੰ ਸੂਝਦਾ ਹੈ ਉਹ ਦੱਸੋ। ਮੈਡਮ ਨੇ ਕਿਹਾ ਵੀ ਟੈਨਸ਼ਨ ਨਹੀਂ ਲੈਣੀ, ਜੋ ਤੁਹਾਨੂੰ ਉੱਤਰ ਵੀ ਅਸੀਂ ਵੀ ਤਾਂ ਤੁਹਾਨੂੰ ਕਲਾਸ 'ਚ ਕਹਿੰਦੇ ਹਾਂ ਨਾ ਵੀ ਤੁਸੀਂ ਬਸ ਬੋਲੋ, ਉੱਤਰ ਦਿਓ। ਹੋ ਸਕਦਾ ਉੱਤਰ ਗਲਤ ਵੀ ਹੋਵੇ, ਗਲਤ ਦੱਸੋਗੇ, ਅਸੀਂ ਸਹੀ ਆਨਸਰ ਫਿਰ ਉਸ ਨੂੰ ਸਹੀ ਦੱਸਾਂਗੇ। ਇਸੇ ਤਰ੍ਹਾਂ ਮੈਡਮ ਨੇ ਵੀ ਕਿਹਾ ਵੀ ਜੋ ਉੱਤਰ ਤੁਹਾਨੂੰ ਸੂਝ ਰਿਹਾ ਹੈ ਉਹੀ ਤੁਸੀਂ ਦੱਸੋ। ਤਾਂ ਸਭ ਤੋਂ ਪਹਿਲਾਂ ਤਦੇ ਮਨੋਹਰ ਬੋਲੀ, ਕੁੜੀ ਸੀਗੀ ਮਨੋਹਰ, ਉਹ ਬੋਲੀ, ਜੀ ਅਸੀਂ ਅਗਲੇ ਨੂੰ ਆਪਣੇ ਸਰਟੀਫਿਕੇਟ ਵਿਖਾ ਦੇਵਾਂਗੇ। ਫਿਰ ਬਲਵੀਰ ਬੋਲਿਆ, ਬਲਵੀਰ ਚੰਦ ਨੇ ਕਿਹਾ, ਮੈਡਮ ਜੀ ਅਸੀਂ ਆਪਣੇ ਬੂਹੇ ਦੇ ਬਾਹਰ ਆਪਣੇ ਨਾਂ ਦੀ ਤਖਤੀ ਲਾ ਲਵਾਂਗੇ, ਉਸ ਉੱਤੇ ਆਪਣਾ ਨਾਂ ਅਤੇ ਜਮਾਤਾਂ ਲਿਖ ਲਵਾਂਗੇ। ਵੀ ਅਸੀਂ ਬਾਹਰ ਆਪਣੇ ਨਾਂ ਦਾ ਬੋਰਡ ਲਾ ਲਾਂਗੇ ਤੇ ਜਮਾਤ ਨਾਂ ਤੇ ਜਮਾਤ ਲਿਖ ਦੇਵਾਂਗੇ। ਚੰਚਲ ਨੇ ਆਖਿਆ, ਆਪਣੀ ਜਾਣ ਪਛਾਣ ਕਰਾਉਣ ਵੇਲੇ ਅਸੀਂ ਦੱਸ ਦਿਆ ਕਰਾਂਗੇ ਕਿ ਅਸੀਂ ਕਿੰਨੇ ਪੜ੍ਹੇ ਹਾਂ ਅਤੇ ਕਿੱਥੋਂ ਪੜ੍ਹੇ ਹਾਂ। ਗੁਣਵੰਤ ਨੇ ਦੱਸਿਆ, ਜੀ ਸਾਡੇ ਘਰ ਦੇ ਬੰਦੇ ਵੀ ਲੋਕਾਂ ਨੂੰ ਦੱਸ ਸਕਦੇ ਹਨ ਕਿ ਅਸੀਂ ਕਿੰਨੀਆਂ ਜਮਾਤਾਂ ਪਾਸ ਕੀਤੀਆਂ ਹੋਈਆਂ ਹਨ। ਮੁੱਖ ਅਧਿਆਪਿਕਾ ਜੀ ਨੇ ਸਾਰਿਆਂ ਦੇ ਉੱਤਰ ਸੁਣੇ। ਹਰ ਉੱਤਰ ਸੁਣ ਕੇ ਉਹ ਥੋੜ੍ਹਾ ਮੁਸਕਰਾ ਦਿੰਦੇ, ਫਿਰ ਆਖਦੇ, ਹੋਰ ਦੱਸੋ ਬਈ, ਸ਼ਾਬਾਸ਼। ਸ਼ਾਬਾਸ਼ ਜਿਹੜਾ ਵਰਡ ਹੈ ਉਸਦੇ ਸੱਸਾ ਦੇ ਪੈਰ ਵਿੱਚ ਵੀ ਬਿੰਦੀ ਹੈ ਤੇ ਫਿਰ ਲਾਸਟ ਵਾਲਾ ਸੱਸਾ ਹੈ ਜਿਹੜਾ ਉਸਦੇ ਪੈਰ ਵਿੱਚ ਵੀ ਬਿੰਦੀ ਹੈ। ਜਦੋਂ ਕਈ ਵਿਦਿਆਰਥੀ ਦੱਸ ਚੁੱਕੇ ਤਦ ਮੁੱਖ ਅਧਿਆਪਿਕਾ ਜੀ ਨੇ ਕਿਹਾ, ਤੁਸੀਂ ਤਾਂ ਬੜੇ ਸਿਆਣੇ ਹੋ, ਮੈਨੂੰ ਖੁਸ਼ੀ ਹੋਈ ਕਿ ਤੁਸੀਂ ਸਾਰਿਆਂ ਦੇ ਸਾਹਮਣੇ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹੋ। ਨਾਲੇ ਹਰੇਕ ਨੇ ਆਪਣੀ ਗੱਲ ਦੱਸੀ। ਆਪਣੀ ਗੱਲ ਦੂਜਿਆਂ ਨੂੰ ਚੰਗੀ ਤਰ੍ਹਾਂ ਦੱਸ ਸਕਣਾ ਵੀ ਪੜ੍ਹੇ ਲਿਖੇ ਹੋਣ ਦੀ ਨਿਸ਼ਾਨੀ ਹੈ। ਇਹ ਬਹੁਤ ਚੰਗੀ ਗੱਲ ਦੱਸੀ ਸੀ ਪ੍ਰਿੰਸੀਪਲ ਮੈਮ ਨੇ ਵੀ ਜੋ ਪੜ੍ਹਿਆ ਲਿਖਿਆ ਬੰਦਾ ਹੁੰਦਾ ਹੈ ਉਹ ਆਪਣੀ ਗੱਲ ਕਿਸੇ ਦੂਜੇ ਦੇ ਸਾਹਮਣੇ ਬਹੁਤ ਹਿਸਾਬ ਨਾਲ, ਬਹੁਤ ਢੰਗ ਨਾਲ ਆਪਣੀ ਗੱਲ ਹੈ ਸਹੀ ਤਰੀਕੇ ਨਾਲ ਰੱਖ ਸਕਦਾ ਹੈ।
ਫਿਰ ਉਹਨਾਂ ਨੇ ਦੱਸਿਆ ਕਿ ਸਾਡੇ ਗੁਣਾਂ ਦਾ ਅਤੇ ਸਾਡੀ ਪੜ੍ਹਾਈ ਦਾ ਪਤਾ ਸਾਡੇ ਵਿਹਾਰ ਤੋਂ ਲੱਗਦਾ ਹੈ। ਦੇਖੋ ਬੱਚਿਓ, ਸਾਡੇ ਵਿੱਚ ਕੀ ਕੀ ਗੁਣ ਨੇ ਅਤੇ ਅਸੀਂ ਕਿੰਨੇ ਕੁ ਪੜ੍ਹੇ ਲਿਖੇ ਹਾਂ, ਇਹ ਪਤਾ ਲੱਗਦਾ ਹੈ ਆਪਣੇ ਵਿਹਾਰ ਤੋਂ। ਸਰਟੀਫਿਕੇਟ ਹਰ ਵਕਤ ਆਪਣੇ ਨਾਲ ਨਹੀਂ ਰੱਖੇ ਜਾ ਸਕਦੇ। ਸਹੀ ਕਿਹਾ ਹੈ, ਆਪਾਂ ਹਰ ਵਕਤ ਸਰਟੀਫਿਕੇਟ ਥੋੜ੍ਹੀ ਰੱਖਾਂਗੇ ਨਾਲ ਵੀ ਮੈਂ ਇੰਨਾ ਪੜ੍ਹਿਆ ਲਿਖਿਆ। ਬਿਨਾਂ ਲੋੜ ਤੋਂ ਕਿਸੇ ਨੂੰ ਇਹ ਵਿਖਾਏ ਵੀ ਨਹੀਂ ਜਾਂਦੇ। ਜਦੋਂ ਤੱਕ ਤੁਹਾਨੂੰ ਕੋਈ ਪੁੱਛੇ ਨਾ, ਆਪਣੀਆਂ ਜਮਾਤਾਂ ਬਾਰੇ ਦੱਸਣਾ ਵੀ ਸੋਭਦਾ ਨਹੀਂ। ਵੀ ਕੋਈ ਆਪਾਂ ਨੂੰ ਪੁੱਛੇ ਹੀ ਨਾ ਵੀ ਤੁਸੀਂ ਕਿੰਨੇ ਪੜ੍ਹੇ ਲਿਖੇ ਹੋ, ਅਤੇ ਆਪਾਂ ਐਵੇਂ ਹਾਂਜੀ ਹਾਂਜੀ ਮੈਂ 10ਵੀਂ ਪਾਸ ਕਰ ਲਈ, ਹਾਂਜੀ ਹਾਂਜੀ ਮੈਂ 12 ਪੜ੍ਹਿਆ ਜੀ, ਮੈਂ BA ਕੀਤੀ ਹੈ ਜੀ, ਮੈਂ ਫਲਾਣਾ ਕੀਤਾ ਹੈ, ਐਵੇਂ ਥੋੜ੍ਹੀ ਬੋਲ ਸਕਦੇ ਹਾਂ ਆਪਾਂ। ਸਾਡੇ ਵਿਹਾਰ ਤੋਂ ਸਭ ਉੱਗੜ ਪੈਂਦਾ ਹੈ ਕਿ ਅਸੀਂ ਕੀ ਸਿੱਖਿਆ। ਅਤੇ ਮੈਡਮ ਜੀ ਕੀ ਦੱਸਦੇ ਨੇ? ਮੈਡਮ ਦੱਸਦੇ ਹੈ ਕਿ ਸਾਡੇ ਵਿਹਾਰ ਤੋਂ, ਆਪਾਂ ਕਿਸੇ ਨਾਲ ਕਿਹੋ ਜਿਹਾ ਵਿਵਹਾਰ ਕਰ ਰਹੇ ਹਾਂ, ਉਸ ਵਿਵਹਾਰ ਤੋਂ ਹੀ ਲੋਕਾਂ ਨੂੰ ਪਤਾ ਲੱਗਦਾ ਹੈ ਵੀ ਇਹ ਬੰਦਾ, ਅੱਗੇ ਵਾਲਾ ਜਿਹੜਾ ਬੰਦਾ ਹੈ ਉਹ ਕਿੰਨਾ ਪੜ੍ਹਿਆ ਲਿਖਿਆ ਹੈ, ਇਹਦੇ ਵਿੱਚ ਕੀ ਕੀ ਗੁਣ ਹੈ। ਸਾਡੇ ਵਿਹਾਰ ਤੋਂ ਹਰੀ ਮੋਹਨ ਨੇ ਸਵਾਲ ਪੁੱਛਣ ਵਾਂਗ ਕਿਹਾ। ਹਰੀ ਮੋਹਨ ਸਾਡੀ ਸ਼੍ਰੇਣੀ ਦੇ ਮੋਨੀਟਰ ਹਨ। ਹਾਂਜੀ, ਸਾਡੇ ਵਿਹਾਰ ਤੋਂ, ਮੈਡਮ ਜੀ ਨੇ ਫਿਰ ਕਿਹਾ। ਮੈਂ ਦੱਸਦੀ ਹਾਂ। ਸਾਡੀ ਮਿੱਠੀ ਬੋਲਬਾਣੀ, ਦੂਜਿਆਂ ਦੀ ਗੱਲ ਧਿਆਨ ਨਾਲ ਸੁਣਨਾ, ਕੋਈ ਮੁਸ਼ਕਿਲ ਪੈਣ 'ਤੇ ਘਬਰਾਉਣਾ ਨਾ, ਔਖ ਸੌਖ ਵੇਲੇ ਦੂਜਿਆਂ ਦੇ ਕੰਮ ਆਉਣਾ, ਇਸ ਪ੍ਰਕਾਰ ਦੇ ਗੁਣ ਸਾਡੇ ਵਿਹਾਰ ਵਿੱਚ ਝਲਕਦੇ ਨੇ। ਵਿਹਾਰ ਕੀ ਹੁੰਦਾ ਬੱਚਿਓ? ਸਾਰਿਆਂ ਨਾਲ ਚੰਗਾ ਬੋਲਣਾ, ਕਿਸੇ ਕੋਈ ਬੋਲਦਾ ਹੈ ਅਤੇ ਉਸ ਦੀ ਗੱਲ ਨੂੰ ਧਿਆਨ ਨਾਲ ਸੁਣੋ। ਤੁਹਾਡੇ ਉੱਤੇ ਕੋਈ ਮੁਸੀਬਤ ਆ ਗਈ ਤਾਂ ਡਰਨਾ ਨਹੀਂ, ਘਬਰਾਉਣਾ ਨਹੀਂ, ਉਸ ਮੁਸੀਬਤ ਦਾ ਡਟ ਕੇ ਸਾਹਮਣਾ ਕਰਨਾ ਹੈ। ਕਿਸੇ ਦੂਜੇ ਦੀ ਮਦਦ ਕਰਨੀ ਹੈ, ਉਸ ਦੇ ਕੰਮ ਆਉਣਾ ਹੈ। ਇਹ ਚੀਜ਼ਾਂ ਕੀ ਹੈ, ਸਾਡੇ ਵਿਹਾਰ ਵਿੱਚ ਝਲਕਦੀਆਂ ਨੇ। ਇਹ ਕਹਿੰਦੇ ਮੈਡਮ ਜੀ ਨੇ ਇੱਕ ਹੋਰ ਸਵਾਲ ਵੀ ਕਰ ਦਿੱਤਾ। ਇਹ ਸਵਾਲ ਸੀ ਕਿ ਪੜ੍ਹੇ ਲਿਖੇ ਬੰਦੇ ਵਿੱਚ ਹੋਰ ਕਿਹੜੇ ਕਿਹੜੇ ਗੁਣ ਹੁੰਦੇ ਨੇ। ਉਹਨਾਂ ਕਿਹਾ ਹਰੇਕ ਵਿਦਿਆਰਥੀ ਇੱਕ ਇੱਕ ਗੁਣ ਬਾਰੇ ਦੱਸੇ। ਫਿਰ ਉਹਨਾਂ ਨੇ ਇੱਕ ਪਾਸਿਓਂ ਪੁੱਛਣਾ ਸ਼ੁਰੂ ਕਰ ਦਿੱਤਾ। ਮੋਨੀਟਰ ਨੂੰ ਆਖਿਆ ਕਿ ਉਹ ਕਾਲੇ ਫੱਟੇ ਉੱਤੇ ਇਹ ਸਭ ਕੁਝ ਲਿਖਦਾ ਜਾਵੇ। ਕਲਾਸ ਵਿੱਚ ਬਲੈਕ ਬੋਰਡ ਵੀ ਲੱਗਿਆ ਸੀਗਾ ਅਤੇ ਮੈਡਮ ਨੇ ਕਿਹਾ ਮੋਨੀਟਰ ਨੂੰ ਵੀ ਤੂੰ ਇਸ ਬਲੈਕ ਬੋਰਡ ਉੱਤੇ ਸਭ ਕੁਝ ਲਿਖਦਾ ਰਹੀਂ। ਠੀਕ ਹੈ, ਪੜ੍ਹੇ ਲਿਖੇ ਬੰਦੇ ਵਿੱਚ ਮਤਲਬ ਕੀ ਕੀ ਗੁਣ ਹੁੰਦੇ ਨੇ। ਅਤੇ ਸਭ ਤੋਂ ਪਹਿਲਾਂ ਜਿਵੇਂ ਸਟਾਰਟਿੰਗ ਕੀਤੀ ਮੈਡਮ ਨੇ, ਤਾਂ ਪਹਿਲੇ ਵਿਦਿਆਰਥੀ ਨੇ ਆਖਿਆ ਕਿ ਪੜ੍ਹਿਆ ਲਿਖਿਆ ਬੰਦਾ ਹੈ ਜਿਹੜਾ ਉਹ ਸਫਾਈ ਦਾ ਧਿਆਨ ਰੱਖਦਾ ਹੈ। ਦੂਜਾ ਵਿਦਿਆਰਥੀ ਬੋਲਿਆ ਉਹ ਮਿਹਨਤੀ ਹੁੰਦਾ ਹੈ। ਤੀਜਾ ਬੋਲਿਆ ਉਸ ਦਾ ਆਮ ਗਿਆਨ ਵਧੇਰੇ ਹੁੰਦਾ ਹੈ। ਚੌਥਾ ਬੋਲਿਆ ਉਹ ਨਵੇਂ ਤੋਂ ਨਵਾਂ ਗਿਆਨ ਹਾਸਲ ਕਰਦਾ ਰਹਿੰਦਾ ਹੈ। ਪੰਜਵਾਂ ਉਹ ਕਿਸੇ ਨਾ ਕਿਸੇ ਕੰਮ ਦਾ ਮਾਹਰ ਹੁੰਦਾ ਹੈ। ਛੇਵਾਂ ਬੋਲਿਆ ਉਹ ਹਿੰਮਤੀ ਹੁੰਦਾ ਹੈ ਅਤੇ ਸਦਾ ਚੌਕਸ ਰਹਿੰਦਾ ਹੈ। ਬੱਚੇ ਆਪਣੇ ਆਪਣੇ ਸਾਰੇ ਵਿਚਾਰ ਦੱਸ ਰਹੇ ਹੈ। ਠੀਕ ਹੈ। ਸੱਤਵਾਂ ਬੱਚਾ ਬੋਲਿਆ ਉਹ ਆਪਣਾ ਸਿੱਖਿਆ ਦੂਜਿਆਂ ਨੂੰ ਵੀ ਦੱਸਦਾ ਹੈ। ਅੱਠਵਾਂ ਬੱਚਾ ਬੋਲਿਆ ਉਹ ਹਸਮੁਖ ਹੁੰਦਾ ਹੈ। ਨੌਵੇਂ ਨੇ ਦੱਸਿਆ ਉਹ ਆਪਣੀ ਪੜ੍ਹਾਈ ਦਾ ਹੰਕਾਰ ਨਹੀਂ ਕਰਦਾ। ਇਸ ਪ੍ਰਕਾਰ ਵਿਦਿਆਰਥੀ ਦੱਸਦੇ ਗਏ। ਮੁੱਖ ਅਧਿਆਪਿਕਾ ਜੀ ਵਾਹ ਵਾਹ ਕਹਿੰਦੇ ਗਏ। ਉੱਧਰ ਕਾਲਾ ਫੁੱਟਾ ਗੁਣਾਂ ਦੀ ਸੂਚੀ ਨਾਲ ਭਰ ਗਿਆ। ਚੰਗੀ ਸਿਹਤ ਵੀ ਲਿਖੀ ਗਈ, ਸਮਝਣ ਦਾ ਗੁਣ ਵੀ ਲਿਖਿਆ ਗਿਆ। ਦੇਖੋ ਪੜ੍ਹੇ ਲਿਖੇ ਬੰਦੇ ਦੀ ਸਿਹਤ ਵੀ ਚੰਗੀ ਹੁੰਦੀ ਹੈ ਕਿਉਂਕਿ ਉਹ ਆਪਣੀ ਸਿਹਤ ਪ੍ਰਤੀ ਜਾਗਰੂਕ ਹੁੰਦਾ ਹੈ। ਉਸ ਵਿੱਚ ਸੰਯਮ ਦਾ ਗੁਣ ਵੀ ਹੁੰਦਾ ਹੈ। ਉਹ ਸੰਯਮ ਕਰਨਾ, ਸੰਤੋਖ ਕਰਨਾ ਜਾਣਦਾ ਹੈ। ਠੀਕ ਹੈ, ਸਮਝਣ ਦਾ ਗੁਣ ਵੀ ਹੁੰਦਾ ਹੈ। ਸਮੇਂ ਦੀ ਸਦਵਰਤੋਂ ਦੀ ਵੀ ਸੂਚੀ ਵਿੱਚ ਸੀ। ਸਮੇਂ ਦੀ ਵਰਤੋਂ, ਸਦਵਰਤੋਂ, ਸਮੇਂ ਦੀ ਢੰਗ ਨਾਲ ਵਰਤੋਂ ਕਰਨਾ ਵੀ ਉਸ ਸੂਚੀ ਵਿੱਚ ਲਿਖਿਆ ਗਿਆ। ਸਮੇਂ ਦੀ ਪਾਬੰਦ ਵੀ ਲਿਖੀ ਗਈ ਕਿਉਂਕਿ ਜਿਹੜਾ ਪੜ੍ਹਿਆ ਲਿਖਿਆ ਬੰਦਾ ਹੈ ਉਹ ਸਮੇਂ ਦਾ ਪਾਬੰਦ ਹੁੰਦਾ ਹੈ। ਫਿਰ ਮੁਸਕਰਾਉਂਦੇ ਹੋਏ ਮੁੱਖ ਅਧਿਆਪਿਕਾ ਜੀ ਕਹਿਣ ਲੱਗੇ ਇਹਨਾਂ ਗੁਣਾਂ ਵਾਲਾ ਵਿਅਕਤੀ ਚੰਗਾ ਮਨੁੱਖ ਅਖਾਉਂਦਾ ਹੈ। ਫਿਰ ਬੱਚਿਆਂ ਨੇ ਤਾਂ ਇੱਕ ਇੱਕ ਗੁਣ ਦੱਸੇ ਸੀਗੇ, ਪਰ ਮੈਡਮ ਜੀ ਕਹਿਣ ਲੱਗੇ ਵੀ ਜਿੰਨੇ ਵੀ ਇਹ ਗੁਣ ਬੋਰਡ 'ਤੇ ਲਿਖੇ ਗਏ ਹਨ, ਇੱਕ ਪੜ੍ਹੇ ਲਿਖੇ ਇੱਕ ਗੁਣਵਾਨ ਬੰਦੇ ਵਿੱਚ ਉਹ ਸਾਰੇ ਗੁਣ ਹੁੰਦੇ ਹੈ। ਉਹ ਸਫਾਈ ਦਾ ਧਿਆਨ ਰੱਖਦਾ ਹੈ, ਉਹ ਮਿਹਨਤੀ ਹੁੰਦਾ ਹੈ, ਉਸ ਦਾ ਗਿਆਨ ਬਹੁਤ ਜ਼ਿਆਦਾ ਹੁੰਦਾ ਹੈ, ਉਹ ਹਰ ਵੇਲੇ ਨਵੀਆਂ ਨਵੀਆਂ ਚੀਜ਼ਾਂ ਸਿੱਖਦਾ ਰਹਿੰਦਾ ਹੈ, ਉਹ ਆਪਣੇ ਕੰਮ 'ਚ ਐਕਸਪਰਟ ਹੁੰਦਾ ਹੈ, ਉਹ ਬਹੁਤ ਹਿੰਮਤੀ ਹੁੰਦਾ ਹੈ। ਠੀਕ ਹੈ, ਉਹ ਜੋ ਉਸਨੂੰ ਆਉਂਦਾ ਹੈ ਉਹ ਦੂਜਿਆਂ ਨੂੰ ਵੀ ਗਿਆਨ ਹੈ ਜਿਹੜਾ ਆਪਣਾ ਵੰਡਦਾ ਹੈ। ਉਹ ਹਸਮੁਖ ਹੁੰਦਾ ਹੈ, ਉਹ ਆਪਣੀ ਪੜ੍ਹਾਈ ਦਾ ਹੰਕਾਰ ਨਹੀਂ ਕਰਦਾ। ਠੀਕ ਹੈ, ਸਮੇਂ ਦਾ ਪਾਬੰਦ ਹੁੰਦਾ ਹੈ, ਸਮੇਂ ਦੀ ਸਦਵਰਤੋਂ ਕਰਦਾ ਹੈ। ਇਸ ਤਰ੍ਹਾਂ ਮੈਡਮ ਨੇ ਕੀ ਹੈ, ਮੈਡਮ ਨੇ ਕਿਹਾ ਵੀ ਇਹ ਇੱਕ ਪੜ੍ਹੇ ਲਿਖੇ ਬੰਦੇ ਵਿੱਚ ਇਹ ਸਾਰੇ ਗੁਣ ਹੁੰਦੇ ਹੈ। ਕੋਈ ਉਸਨੂੰ ਸੋਹਣਾ ਕਹਿੰਦਾ ਹੈ, ਕੋਈ ਸਿਆਣਾ, ਕੋਈ ਸਾਊ ਅਤੇ ਕੋਈ ਸੱਜਣ। ਉਹ ਪਿਆਰਾ ਇਨਸਾਨ ਵੀ ਹੁੰਦਾ ਹੈ। ਹਾਂ, ਹੋਰ ਦੱਸਾਂ, ਕਈ ਵਿਅਕਤੀ ਕਿਸੇ ਸਕੂਲ ਵਿੱਚ ਨਹੀਂ ਗਏ ਹੁੰਦੇ, ਉਹ ਅੱਖਰ ਗਿਆਨ ਤੋਂ ਕੋਰੇ ਹੁੰਦੇ ਹਨ,
ਤਾਂ ਵੀ ਉਹ ਗੁਣਾਂ ਦੇ ਗੁਥਲੇ ਹੁੰਦੇ ਨੇ। ਮੈਡਮ ਨੇ ਕਿਹਾ ਵੀ ਕਈ ਬੰਦੇ ਅਜੇ ਹੈ ਜੋ ਸਕੂਲ ਵਿੱਚ ਗਏ ਨਹੀਂ ਹੁੰਦੇ, ਪਰ ਫਿਰ ਵੀ ਮਤਲਬ ਅੱਖਰ ਗਿਆਨ ਬਿਲਕੁਲ ਨਹੀਂ ਹੈ, ਲੇਕਿਨ ਫਿਰ ਵੀ ਉਹਨਾਂ ਵਿੱਚ ਬਹੁਤ ਚੰਗੇ ਚੰਗੇ ਗੁਣ ਹੁੰਦੇ ਹੈ। ਇਸ ਪੱਖੋਂ ਆਪਾਂ ਜਿਵੇਂ ਲੈ ਲਈਏ ਸਮਰਾਟ ਅਕਬਰ ਅਤੇ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਨੇ। ਜਿਵੇਂ ਮੁਗਲ ਸਮਰਾਟ ਸੀਗਾ ਅਕਬਰ, ਇਹ ਅਨਪੜ੍ਹ ਸੀ। ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਸੀਗੇ, ਇਹ ਵੀ ਅਨਪੜ੍ਹ ਸੀਗੇ। ਪਰ ਮਹਾਰਾਜਾ ਰਣਜੀਤ ਸਿੰਘ ਨੇ ਤਾਂ 40 ਸਾਲ ਪੰਜਾਬ ਉੱਤੇ ਰਾਜ ਕੀਤਾ ਸੀਗਾ। ਜਦੋਂ ਤੱਕ ਇਹਨਾਂ ਦਾ ਪੰਜਾਬ ਉੱਤੇ ਰਾਜ ਰਿਹਾ, ਅੰਗਰੇਜ਼ਾਂ ਨੇ ਅੱਖ ਚੱਕ ਕੇ ਵੀ ਪੰਜਾਬ ਵੱਲ ਨਹੀਂ ਦੇਖਿਆ। ਅਤੇ ਅਕਬਰ ਦੇਖੋ ਕਿੰਨਾ ਮਹਾਨ ਸਮਰਾਟ ਹੋਇਆ ਸੀਗਾ ਅਨਪੜ੍ਹ। ਗੁਣਾਂ ਦੇ ਨਾਲ ਨਾਲ ਜੇਕਰ ਅੱਖਰ ਗਿਆਨ ਵੀ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਹਰੀ ਮੋਹਨ ਨੇ ਪੁੱਛਿਆ, ਮੈਡਮ ਜੀ ਜਿਹੜੇ ਸਕੂਲਾਂ ਵਿੱਚ ਨਹੀਂ ਪੜ੍ਹ ਸਕਦੇ ਉਹ ਫਿਰ ਸਿੱਖਦੇ ਕਿੱਥੋਂ ਹੈ? ਮੈਡਮ ਬੋਲੇ, ਬਹੁਤ ਵਧੀਆ ਪ੍ਰਸ਼ਨ ਕੀਤਾ ਹੈ ਤੁਹਾਡੇ ਮਨੀਟਰ ਨੇ, ਇਹ ਬਹੁਤ ਸਿਆਣਾ ਵਿਦਿਆਰਥੀ ਹੈ। ਮੈਡਮ ਸਮਝਾਉਣ ਲੱਗੇ, ਵਿਦਿਆਰਥੀਓ ਸਿੱਖਣ ਲਈ ਸਕੂਲ ਬਹੁਤ ਚੰਗੀ ਥਾਂ ਹੈ, ਪਰ ਸਿੱਖਣ ਵਾਲੇ ਹੋਰ ਅਨੇਕਾਂ ਥਾਵਾਂ ਤੋਂ ਵੀ ਸਿੱਖਦੇ ਰਹਿੰਦੇ ਨੇ। ਅਸੀਂ ਚਾਹੀਏ ਤਾਂ ਸਾਰੀ ਉਮਰ ਸਿੱਖਦੇ ਰਹੀਏ। ਤੁਸੀਂ ਵੀ ਸਿੱਖਦੇ ਰਹਿਣਾ ਹੈ। ਸਿੱਖਣਾ ਛੱਡ ਦਿਓਗੇ ਤਾਂ ਤੁਹਾਡਾ ਗਿਆਨ ਪੁਰਾਣਾ ਤੇ ਬਾਸੀ ਹੋ ਜਾਏਗਾ। ਮੁੱਖ ਅਧਿਆਪਿਕਾ ਕੁਝ ਚਿਰ ਲਈ ਚੁੱਪ ਕਰ ਗਏ। ਉਹਨਾਂ ਨੇ ਦੇਖਿਆ ਕਿ ਸਾਰੇ ਵਿਦਿਆਰਥੀ ਖੁਸ਼ ਸਨ। ਫਿਰ ਮੁੱਖ ਅਧਿਆਪਿਕਾ ਜੀ ਨੇ ਕਿਹਾ, ਤੁਸੀਂ ਸਾਰਿਆਂ ਨੇ ਅੱਜ ਸਾਬਤ ਕਰ ਦਿੱਤਾ ਹੈ ਕਿ ਤੁਸੀਂ ਸੱਚਮੁੱਚ ਵਿਦਿਆਰਥੀ ਹੋ। ਵਿੱਦਿਆ ਪ੍ਰਾਪਤ ਕਰਨ ਵਾਲਾ ਹੀ ਵਿਦਿਆਰਥੀ ਹੁੰਦਾ ਹੈ। ਤੁਸੀਂ ਜਿਵੇਂ ਪ੍ਰਸ਼ਨ ਪੁੱਛੇ ਅਤੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿੱਤੇ, ਉਸ ਤੋਂ ਮੈਨੂੰ ਬੜੀ ਪ੍ਰਸੰਨਤਾ ਹੋਈ। ਜੇ ਤੁਸੀਂ ਐਵੇਂ ਹੀ ਪੜ੍ਹਦੇ ਤੇ ਸਿੱਖਦੇ ਰਹੇ ਤਦ ਤੁਹਾਨੂੰ ਹਰ ਕੋਈ ਪੜ੍ਹਿਆ ਲਿਖਿਆ ਆਖੇਗਾ। ਇਹ ਤਾਂ ਗੱਲ ਸਹੀ ਕਹੀ ਹੈ। ਮੇਰੀ 8ਵੀਂ ਕਲਾਸ ਵੀ ਬਹੁਤ ਇੰਟੈਲੀਜੈਂਟ ਹੈ। ਬੱਚੇ ਬਹੁਤ ਸਵਾਲ ਪੁੱਛਦੇ ਹੈ ਅਤੇ ਜੋ ਉਸ ਕੁਐਸਚਨ ਉਹਨਾਂ ਨੂੰ ਪੁੱਛਿਆ ਜਾਂਦਾ ਉਸ ਦਾ ਬਹੁਤ ਚੰਗੀ ਤਰ੍ਹਾਂ ਆਨਸਰ ਦਿੰਦੇ ਹੈ ਨਾ। ਤੁਹਾਨੂੰ ਆਪਣੇ ਸਰਟੀਫਿਕੇਟ ਵਿਖਾਉਣ ਦੀ ਲੋੜ ਨਹੀਂ ਪਏਗੀ। ਆਪਣੀ ਪੜ੍ਹਾਈ ਬਾਰੇ ਵੀ ਦੱਸਣਾ ਨਹੀਂ ਪਏਗਾ। ਆਪਣੇ ਕਾਰ ਵਿਹਾਰ ਤੋਂ ਤੁਸੀਂ ਪੜ੍ਹੇ ਲਿਖੇ ਗੁਣਵਾਨ ਇਨਸਾਨ ਲੱਗੋਗੇ। ਠੀਕ ਹੈ ਪਿਆਰੇ ਬੱਚਿਓ, ਚੈਪਟਰ ਕੰਪਲੀਟ ਹੋਇਆ। ਹੁਣ ਆਪਾਂ ਕਰਾਂਗੇ ਅਭਿਆਸ ਕੁਐਸਚਨ। ਹੁਣ ਦੇਖੋ ਪਹਿਲਾ ਕੁਐਸਚਨ ਹੈ, ਪਹਿਲਾ ਪੀਰੀਅਡ ਕਿਸ ਵਿਸ਼ੇ ਦਾ ਸੀ? ਪਹਿਲਾ ਪੀਰੀਅਡ ਪੰਜਾਬੀ ਵਿਸ਼ੇ ਦਾ ਸੀ। ਸਕੂਲ ਦੀ ਮੁੱਖ ਅਧਿਆਪਿਕਾ ਦਾ ਕੀ ਨਾਂ ਸੀਗਾ? ਮੁੱਖ ਅਧਿਆਪਿਕਾ ਦਾ ਨਾਂ ਸੀਗਾ ਹਰਸਿੰਦਰ ਕੌਰ ਮੈਡਮ। ਇਸ ਪਾਠ ਵਿੱਚ ਕਿਹੜੇ ਦੋ ਰਾਜਿਆਂ ਦਾ ਜ਼ਿਕਰ ਆਇਆ ਹੈ? ਸਮਰਾਟ ਅਕਬਰ ਅਤੇ ਮਹਾਰਾਜਾ ਰਣਜੀਤ ਸਿੰਘ। ਗੁਣਵਾਨ ਇਨਸਾਨ ਦਾ ਪਤਾ ਕਿੱਥੋਂ ਲੱਗਦਾ ਹੈ? ਗੁਣਵਾਨ ਇਨਸਾਨ ਦਾ ਪਤਾ ਹੈ ਬੱਚਿਓ ਕਿੱਥੋਂ ਲੱਗਦਾ ਹੈ? ਇਹ ਮੈਂ ਹੁਣੇ ਪੜ੍ਹ ਕੇ ਗਈ ਹਾਂ। ਉਸਨੇ ਤਾਂ ਬਹੁਤ ਜ਼ਿਆਦਾ ਮੈਡਮ ਨੇ ਤਾਂ ਦੱਸਿਆ ਸੀਗਾ ਵੀ ਗੁਣਵਾਨ ਇਨਸਾਨ ਦੇ ਸਾਰੇ ਗੁਣ ਗਿਣਾਏ ਸੀਗੇ। ਸਫਾਈ ਦਾ ਧਿਆਨ ਰੱਖਦਾ ਹੈ, ਮਿਹਨਤੀ ਹੁੰਦਾ ਹੈ, ਠੀਕ ਹੈ, ਉਹ ਨਵਾਂ ਗਿਆਨ ਹਾਸਿਲ ਕਰਦਾ ਰਹਿੰਦਾ ਹੈ। ਇਸ ਵਿੱਚੋਂ ਤੁਸੀਂ ਕੋਈ 2-4 ਲਾਈਨਾਂ ਚੰਗੀਆਂ ਛਾਂਟ ਕੇ ਤੁਸੀਂ ਲਿਖ ਦੇਣਾ ਵੀ ਜਿਹੜਾ ਚੰਗਾ ਗੁਣਵਾਨ ਇਨਸਾਨ ਹੁੰਦਾ ਹੈ ਉਹ ਸਿੱਖਦਾ ਰਹਿੰਦਾ ਹੈ, ਠੀਕ ਹੈ, ਅਤੇ ਉਹ ਆਪਣੇ ਕੰਮ ਵਿੱਚ ਮਾਹਰ ਹੁੰਦਾ ਹੈ, ਉਹ ਪੜ੍ਹਾਈ ਦਾ ਹੰਕਾਰ ਨਹੀਂ ਕਰਦਾ। ਇਸ ਤਰ੍ਹਾਂ ਕਰਕੇ ਤੁਸੀਂ ਲਿਖ ਦੇਣਾ। ਅਤੇ ਚੰਗੇ ਇਨਸਾਨ ਦਾ ਪਤਾ ਕਿੱਥੋਂ ਲੱਗਦਾ ਹੈ? ਚੰਗੇ ਇਨਸਾਨ ਦਾ ਪਤਾ ਲੱਗਦਾ ਹੈ ਉਸ ਦੇ ਕਾਰ ਵਿਹਾਰ ਤੋਂ। ਥੋੜ੍ਹੇ ਗੁਣ ਲਿਖ ਕੇ ਗੁਣਵਾਨ ਇਨਸਾਨ ਦਾ ਪਤਾ ਕਿੱਥੋਂ ਲੱਗਦਾ ਹੈ? ਗੁਣਵਾਨ ਇਨਸਾਨ ਦਾ ਪਤਾ ਉਸ ਦੇ ਕਾਰ ਵਿਹਾਰ ਤੋਂ ਲੱਗਦਾ ਹੈ। ਇਹ ਲਿਖ ਦੇਣਾ ਤੁਸੀਂ, ਉਹ ਛੱਡੋ। ਗੁਣਵਾਨ ਇਨਸਾਨ ਦਾ ਪਤਾ ਉਸ ਦੇ ਕਾਰ ਵਿਹਾਰ ਤੋਂ ਲੱਗਦਾ ਹੈ, ਸਿਰਫ ਇੰਨਾ ਹੀ ਲਿਖਣਾ ਹੈ। ਮੁੱਖ ਅਧਿਆਪਿਕਾ ਜੀ ਨੂੰ ਸਭ ਤੋਂ ਪਹਿਲਾਂ ਕਿਸ ਵਿਦਿਆਰਥੀ ਨੇ ਉੱਤਰ ਦਿੱਤਾ? ਮੁੱਖ ਅਧਿਆਪਿਕਾ ਜੀ ਨੂੰ ਸਭ ਤੋਂ ਪਹਿਲਾਂ ਦਿੱਤਾ ਸੀਗਾ ਉੱਤਰ ਮਨੋਹਰ ਜਿਹੜੀ ਕੁੜੀ ਸੀਗੀ ਉਹ ਬੋਲੀ ਸੀਗੀ ਵੀ ਅਸੀਂ ਅਗਲੇ ਨੂੰ ਆਪਣੇ ਸਰਟੀਫਿਕੇਟ ਦਿਖਾ ਦੇਵਾਂਗੇ। ਤਾਂ ਤੁਸੀਂ ਲਿਖੋਗੇ ਵੀ ਮੁੱਖ ਅਧਿਆਪਿਕਾ ਜੀ ਨੂੰ ਸਭ ਤੋਂ ਪਹਿਲਾਂ ਮਨੋਹਰ ਨੇ ਉੱਤਰ ਦਿੱਤਾ ਸੀ। ਫਿਰ ਇਹਨਾਂ ਦੇ ਵਾਕ ਬਣਾਉਣੇ ਪਿਆਰੇ ਬੱਚਿਓ, ਵਾਕ ਤੁਸੀਂ ਆਪੇ ਬਣਾਓਗੇ। ਹੁਣ ਸਹੀ ਵਿਕਲਪ ਚੁਣਨੇ। ਸਾਡੇ ਗੁਣਾਂ ਤੇ ਸਾਡੀ ਪੜ੍ਹਾਈ ਦਾ ਪਤਾ ਕਿੱਥੋਂ ਲੱਗਦਾ ਹੈ? ਸਾਡੇ ਗੁਣਾਂ ਤੇ ਸਾਡੀ ਪੜ੍ਹਾਈ ਦਾ ਸਾਡੇ ਵਿਹਾਰ ਤੋਂ ਪਤਾ ਲੱਗਦਾ ਹੈ। ਕਿਹੜਾ ਗੱਲ ਚੰਗਾ ਵਿਦਿਆਰਥੀ ਨਹੀਂ ਕਰਦਾ? ਚੰਗਾ ਵਿਦਿਆਰਥੀ ਮਿਹਨਤ ਕਰਦਾ ਹੈ, ਹਿੰਮਤ ਕਰਦਾ ਹੈ, ਸਫਾਈ ਕਰਦਾ ਹੈ, ਪਰ ਹੰਕਾਰ ਕਦੇ ਨਹੀਂ ਕਰਦਾ। ਮੁੱਖ ਅਧਿਆਪਿਕਾ ਜੀ ਨੇ ਵਿਦਿਆਰਥੀਆਂ ਨੂੰ ਕੀ ਪੜ੍ਹਾਇਆ? ਮੈਡਮ ਨੇ ਕੀ ਪੜ੍ਹਾਈ ਸੀ? ਪੰਜਾਬੀ ਦਾ ਪਹਿਲਾ ਪੀਰੀਅਡ ਸੀ ਅਤੇ ਮੈਡਮ ਨੇ ਪੜ੍ਹਾਈ ਸੀ ਪੰਜਾਬੀ। ਹੁਣ ਇਹ ਫਿਲਅਪ ਕਰਨੇ ਅੱਗੇ। ਤੁਸੀਂ ਤਾਂ ਬੜੇ
ਸਿਆਣੇ ਹੋ, ਸਿੱਖਣ ਵਾਲੇ ਹੋਰ ਅਨੇਕਾਂ ਥਾਵਾਂ ਤੋਂ ਵੀ ਸਿੱਖਦੇ ਹਨ, ਉਹ ਪੜ੍ਹਾਈ ਦਾ ਹੰਕਾਰ ਨਹੀਂ ਕਰਦਾ। ਬਹੁਤ ਵਧੀਆ ਪ੍ਰਸ਼ਨ ਕੀਤਾ ਹੈ ਤੁਹਾਡੇ ਮਨੀਟਰ ਨੇ। ਇਹਨਾਂ ਗੁਣਾਂ ਵਾਲਾ ਵਿਅਕਤੀ ਚੰਗਾ ਮਨੁੱਖ ਅਖਵਾਉਂਦਾ ਹੈ। ਫਿਰ ਹੈ ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ 3-4 ਵਾਕਾਂ ਵਿੱਚ ਦਿਓ, ਮਤਲਬ 3-4 ਲਾਈਨਾਂ ਵਿੱਚ ਉੱਤਰ ਦੇਣੇ ਆ। ਚੰਗੇ ਵਿਦਿਆਰਥੀ ਦੇ ਕੋਈ 5 ਗੁਣ ਲਿਖੋ। ਜਿਹੜੇ ਪਿੱਛੇ ਉਹ ਬੱਚੇ ਗੁਣ ਦੱਸ ਰਹੇ ਸੀਗੇ, 9-10 ਗੁਣ ਦੱਸੇ ਹੈ, ਉਹਨਾਂ ਵਿੱਚੋਂ ਤੁਸੀਂ 5 ਗੁਣ ਲਿਖਣੇ ਹੈ। ਠੀਕ ਹੈ। ਚੰਗਾ ਵਿਦਿਆਰਥੀ ਪੜ੍ਹਾਈ ਦਾ ਧਿਆਨ ਸਫਾਈ ਦਾ ਧਿਆਨ ਰੱਖਦਾ ਹੈ, ਉਹ ਮਿਹਨਤੀ ਹੁੰਦਾ ਹੈ, ਉਹ ਉਸ ਦਾ ਗਿਆਨ ਵਧੇਰੇ ਹੁੰਦਾ ਹੈ, ਉਹ ਹਸਮੁਖ ਹੁੰਦਾ ਹੈ, ਪੜ੍ਹਾਈ ਦਾ ਹੰਕਾਰ ਨਹੀਂ ਕਰਦਾ। ਇਸ ਤਰ੍ਹਾਂ ਵਿਦਿਆਰਥੀਆਂ ਨੇ ਮੁੱਖ ਅਧਿਆਪਿਕਾ ਜੀ ਨੂੰ ਕਿਸੇ ਦੇ ਪੜ੍ਹੇ ਲਿਖੇ ਹੋਣ ਸੰਬੰਧੀ ਕੀ ਉੱਤਰ ਦਿੱਤਾ? ਵਿਦਿਆਰਥੀਆਂ ਨੇ ਮੁੱਖ ਅਧਿਆਪਿਕਾ ਜੀ ਨੂੰ ਕਿਸੇ ਦੇ ਪੜ੍ਹੇ ਲਿਖੇ ਹੋਣ ਸੰਬੰਧੀ ਕੀ ਉੱਤਰ ਦਿੱਤਾ ਸੀਗਾ? ਬੱਚਿਆਂ ਨੇ ਕੀ ਦੱਸਿਆ ਸੀਗਾ ਪੜ੍ਹੇ ਲਿਖੇ ਹੋਣ ਸੰਬੰਧੀ? ਵੀ ਪੜ੍ਹੇ ਲਿਖੇ ਹੈ ਜਿਹੜੇ ਉਹ ਸਫਾਈ ਦਾ ਧਿਆਨ ਰੱਖਦੇ ਹੈ, ਠੀਕ ਹੈ, ਉਹਨਾਂ ਦਾ ਗਿਆਨ ਵਧੇਰਾ ਹੁੰਦਾ ਹੈ ਅਤੇ ਉਹ ਸਮੇਂ ਦੇ ਪਾਬੰਦ ਹੁੰਦੇ ਨੇ, ਸੰਜਮ ਹੁੰਦੇ ਨੇ। ਇਸ ਤਰ੍ਹਾਂ ਇਹ ਤੁਸੀਂ ਲਿਖਣਾ ਹੈ। ਹਰੀ ਮੋਹਨ ਦੇ ਪ੍ਰਸ਼ਨ ਦਾ ਮੁੱਖ ਅਧਿਆਪਿਕਾ ਜੀ ਨੇ ਕੀ ਉੱਤਰ ਦਿੱਤਾ? ਹਰੀ ਮੋਹਨ ਨੇ ਕੀ ਪੁੱਛਿਆ ਸੀਗਾ? ਹਰੀ ਮੋਹਨ ਨੇ ਪੁੱਛਿਆ ਸੀਗਾ ਵੀ ਮੈਡਮ ਜੀ ਜਿਹੜੇ ਬੱਚੇ ਸਕੂਲਾਂ ਵਿੱਚ ਨਹੀਂ ਪੜ੍ਹ ਸਕਦੇ ਫਿਰ ਉਹ ਸਿੱਖਦੇ ਕਿੱਥੋਂ ਹੈ? ਠੀਕ ਹੈ, ਉਸਨੇ ਇਹ ਕੁਐਸਚਨ ਪੁੱਛਿਆ ਸੀ। ਅਤੇ ਹਰੀ ਮੋਹਨ ਦੇ ਪ੍ਰਸ਼ਨ ਦਾ ਉੱਤਰ ਮੈਡਮ ਨੇ ਕੀ ਦੱਸਿਆ ਸੀ? ਮੈਡਮ ਨੇ ਕਿਹਾ ਸੀ ਵੀ ਜਿਹੜੇ ਮਤਲਬ ਸਕੂਲਾਂ ਵਿੱਚੋਂ ਨਹੀਂ ਸਿੱਖਦੇ ਉਹ ਹੋਰ ਵੀ ਅਨੇਕਾਂ ਥਾਵਾਂ ਤੋਂ ਸਿੱਖਦੇ ਹਨ। ਫਿਰ ਸਹੀ ਮਿਲਾਨ ਕਰਨਾ। ਹੁਣ ਇਹਦੇ ਵਿੱਚ ਤੁਸੀਂ ਸਹੀ ਮਿਲਾਨ ਕਰੋਗੇ। ਨਾਂਵ ਕਿਹੜਾ ਹੈ? ਜੋ ਦਿਖਾਈ ਦਿੰਦਾ ਹੈ ਉਹ ਨਾਂਵ ਹੈ। ਇਹਦੇ ਵਿੱਚ ਨਾਂਵ ਕਿਹੜਾ ਹੋਏਗਾ? ਪੜਨਾਂਵ ਕਿਹੜਾ ਹੈ? ਵਿਸ਼ੇਸ਼ਣ ਕਿਹੜਾ ਹੈ? ਕਿਰਿਆ ਕਿਹੜੀ ਹੈ? ਅਤੇ ਕਿਰਿਆ ਵਿਸ਼ੇਸ਼ਣ ਇਹ ਤੁਹਾਨੂੰ ਮੈਂ ਕਰਵਾਏ ਹੋਏ ਹੈ। ਹੁਣ ਤੁਸੀਂ ਇਹ ਕਾਪੀ ਵਿੱਚ ਆਪੇ ਕਰਕੇ ਲੈ ਕੇ ਆਓਗੇ। ਅਤੇ ਰਚਨਾਤਮਕ ਕਾਰਜ ਤੁਸੀਂ ਨਹੀਂ ਕਰਨਾ। ਇਹਦੇ ਨਾਲ ਹੀ ਚੈਪਟਰ ਹੋਇਆ ਕੰਪਲੀਟ। ਪਿਆਰੇ ਬੱਚਿਓ, ਅੱਜ ਲਈ ਇੰਨਾ ਹੀ। ਧੰਨਵਾਦ।